सत श्री अकाल, तुसीं विजन पंजाब टीवी देख रहे हो तो मैं हाँ रवि संघराहूर। असी ਸਿੰਘੂ ਬਾਰਡਰ ਤੇ लगातार मौजूद हाँ और इत्थों के पल पल के हालात की ने, किस तरह के नाल मोर्चा अगे वध रहा है, मोर्चे नूं होर मजबूत करने के लिए की कुछ इत्थे प्रबंध किए जा रहे हैं, सारिया चीज़ां ने जिहड़ियां तुहाडे तक असीं पहुँचा रहे हैं। पर इस वेले जिहड़ी एक खास तस्वीरां असीं तुहाडे नाल साझीआं करनियां बड़ियां बाकमाल है। ਜਦੋਂ ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਸਟੇਜ ਕੋਲ ਆਉਣੇ ਆ, ਜਿਹੜੀ ਸੰਯੁਕਤ ਕਿਸਾਨ ਮੋਰਚਾ ਤੋਂ ਅੱਗੇ ਜਿਹੜੀ ਦਿੱਲੀ ਦੇ ਅੰਦਰ ਸਟੇਜ ਲੱਗੀ ਆ, ਉਹਦੇ ਬਿਲਕੁਲ ਨਾਲ ਲੱਗਦੀ ਇੱਕ ਖੰਡਰ ਬਿਲਡਿੰਗ ਤੁਸੀਂ ਦੇਖੀ ਹੋਣੀ ਆ। ਉਹ ਬਿਲਡਿੰਗ ਅੱਜ ਕੱਲ੍ਹ ਆਬਾਦ ਹੋਣ ਜਾ ਰਹੀ ਹੈ ਤੇ ਜ਼ਿੰਮਾ ਲਿਆ ਸਾਡੇ ਸੰਤ ਸਮਾਜ ਵਾਲਿਆਂ ਨੇ, ਬਾਬਿਆਂ ਨੇ। ਉਹਨਾਂ ਨੇ ਜ਼ਿੰਮਾ ਲਿਆ ਕਿ ਅਸੀਂ ਇਹਨੂੰ ਇੱਕ ਖੂਬਸੂਰਤ ਬਿਲਡਿੰਗ ਬਣਾ ਦਿਆਂਗੇ, ਜਿਹੜੀ ਤੁਸੀਂ ਦੇਖੀ ਨਹੀਂ ਸੀ ਤਾਂ ਇੱਥੇ ਇਹ ਆਬਾਦ ਹੁੰਦੀ ਦਿਖੋਗੇ ਤੇ ਇੱਥੇ ਗੁਰੂ ਮਹਾਰਾਜ ਦੇ ਲੰਗਰ ਚੱਲਦੇ ਦਿਖਣਗੇ। ਤੁਹਾਨੂੰ ਦਿਖਾਉਂਦੇ ਆ ਤਸਵੀਰਾਂ ਇੱਕ ਵਾਰ। ਇਹ ਉਹ ਖੰਡਰ ਇੱਕ ਬਿਲਡਿੰਗ ਹੈ, ਇਹ ਇਮਾਰਤ ਹੈ ਜਿਹੜੀ ਇਸ ਵੇਲੇ ਪਹਿਲਾਂ ਇੱਥੇ ਬਹੁਤ ਸਾਰਾ ਜਾਣੀ ਇੱਥੇ ਕੂੜਾ ਕਰਕਟ ਬਹੁਤ ਜ਼ਿਆਦਾ ਸੀ, ਬਹੁਤ ਜ਼ਿਆਦਾ। ਇੱਥੋਂ ਜਦੋਂ ਕੋਲੋਂ ਗੁਜ਼ਰਦੇ ਸੀ ਤਾਂ ਬਦਬੂ ਵੀ ਆਉਂਦੀ ਸੀਗੀ। ਪਰ ਕਈ ਦਿਨਾਂ ਤੋਂ ਇੱਥੇ ਹੁਣ ਪਹਿਲਾਂ ਸਫਾਈ ਮੁਹਿੰਮ ਚੱਲੀ, ਵੱਖ-ਵੱਖ ਸੇਵਾਦਾਰ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ। ਉਹਨਾਂ ਨੇ ਪਹਿਲਾਂ ਇੱਥੇ ਜਿਹੜੀ ਆ ਸੇਵਾ ਕੀਤੀ ਆ ਤੇ ਹੁਣ ਇੱਥੇ ਤਿਆਰੀਆਂ ਚੱਲ ਰਹੀਆਂ ਹੈ ਲੰਗਰ ਦੀਆਂ, ਜਾਣੀ ਇੱਥੋਂ ਹੁਣ ਲੰਗਰ ਬਣਿਆ ਕਰੇਗਾ। ਔਰ ਬਾਬਾ ਜੀ ਹੋਰਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿ ਕਿਵੇਂ ਤੁਸੀਂ ਇਹ ਸਾਰਾ ਮੈਨੇਜ ਕਰ ਰਹੇ ਹੋ, ਕਿਵੇਂ ਇਸ ਬਿਲਡਿੰਗ ਨੂੰ ਚੁਣਿਆ। ਇਹ ਜਿਹੜੇ ਲੋਕ ਨੇ, ਸੇਵਾਦਾਰ ਨੇ ਸਾਰੇ, ਤੁਸੀਂ ਦੇਖੋ ਕਿ ਬੜੀ ਸ਼ਰਧਾ ਭਾਵਨਾ ਦੇ ਨਾਲ ਇੱਥੇ ਜਿਹੜੀਆਂ ਇਹ ਲੱਕੜਾਂ ਲਿਆਂਦੀਆਂ ਗਈਆਂ ਨੂੰ ਅੰਦਰ ਰੱਖ ਰਹੇ, ਕਿਉਂਕਿ ਇੱਥੋਂ ਲੰਗਰ ਤਿਆਰ ਹੋਣਾ। ਔਰ ਇਸੇ ਦੇ ਨਾਲ ਦਿਖਾਓ ਕਿ ਕਿਵੇਂ ਪਰਦੇ ਲਾਏ ਗਏ ਨੇ। ਪਰਦੇ ਕਿਉਂਕਿ ਧੁੱਪ, ਮੱਛਰ, ਮੱਖੀ ਜਿਹੜੀ ਹੈ ਅੰਦਰ ਬਿਲਕੁਲ ਵੀ ਕ੍ਰਾਸ ਨਾ ਹੋ ਸਕੇ। ਇਸੇ ਤਰ੍ਹਾਂ ਜਿਹੜੀਆਂ ਟੁੱਟੀਆਂ ਹੋਈਆਂ ਆ ਜਿਹੜੀਆਂ ਖਿੜਕੀਆਂ ਸੀ, ਇਹਨਾਂ ਦੇ ਅੰਦਰਲੇ ਪਾਸੇ ਵੀ ਜਾਲੀਆਂ ਲਾਈਆਂ ਜਾ ਰਹੀਆਂ ਤਾਂ ਕਿ ਮੱਛਰ ਤੇ ਮੱਖੀਆਂ ਜਿਹੜੀਆਂ ਉਹ ਅੰਦਰ ਕ੍ਰਾਸ ਨਾ ਕਰ ਸਕਣ, ਕਿਉਂਕਿ ਅੰਦਰ ਜਿਹੜੀਆਂ ਚੀਜ਼ਾਂ ਨੇ ਉਹ ਖਾਣ ਵਾਲੀਆਂ ਵਸਤਾਂ ਹੋਣਗੀਆਂ। ਅੰਦਰ ਜਿਹੜੇ ਸੇਵਾਦਾਰ ਹੈ ਉਹ ਵੀ ਰਾਤ ਸਮੇਂ ਜਿਹੜਾ ਆਪਣਾ ਇੱਥੇ ਆਰਾਮ ਕਰ ਸਕਣਗੇ। ਇਸੇ ਤਰ੍ਹਾਂ ਦੇ ਨਾਲ ਬੇਸਮੈਂਟ ਵੀ ਆ, ਬੇਸਮੈਂਟ ਦੇ ਵਿੱਚ ਲੰਗਰ ਤਿਆਰ ਹੋਏਗਾ, ਉਹ ਵੀ ਤੁਹਾਨੂੰ ਅਸੀਂ ਤਸਵੀਰਾਂ ਦਿਖਾਵਾਂਗੇ। ਇੱਧਰਲੇ ਪਾਸੇ ਤਸਵੀਰਾਂ ਦਿਖਾ ਰਹੇ ਹਾਂ ਕਿ ਇੱਥੇ ਉਸਾਰੀ ਦਾ ਕੰਮ ਹੋਏਗਾ ਔਰ ਇੱਥੇ ਜਿੰਨੀਆਂ ਮਤਲਬ ਭੱਠੀਆਂ ਲੱਗਣਗੀਆਂ ਜਾਂ ਇੱਥੇ ਜਿਹੜਾ ਸਮਾਨ ਹੋਏਗਾ ਉਹ ਰੱਖਿਆ ਜਾਏਗਾ। ਜਾਣੀ ਬਿਲਡਿੰਗ ਥੋੜੀ ਖਸਤਾ ਹੈ, ਪੁਰਾਣੀ ਬਿਲਡਿੰਗ ਆ, ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਰਿਸਕ ਨਾ ਲਿਆ ਜਾਵੇ ਕਿ ਬਹੁਤਾ ਭਾਰੀ ਸਮਾਨ ਆ ਜਿਹੜਾ ਉਹ ਬਿਲਡਿੰਗ ਦੇ ਇਸ ਲੈਂਟਰ ਤੇ ਜਾਣੀ ਪਹਿਲੀ ਛੱਤ ਤੇ ਜਾਂ ਦੂਜੀ ਛੱਤ ਤੇ ਨਾ ਰੱਖੀਏ ਤਾਂ ਬਾਹਰ ਹੀ ਉਸ ਨੂੰ ਜਿਹੜਾ ਚਲਾਇਆ ਜਾਊਗਾ। ਬਾਬਾ ਜੀ ਹੋਰੀ ਸਾਡੇ ਨਾਲ ਆ, ਇਹਨਾਂ ਨਾਲ ਗੱਲਬਾਤ ਵੀ ਕਰਾਂਗੇ, ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੇ ਇਹ ਜਗ੍ਹਾ ਜਿਹੜੀ ਆ ਉਹ ਇਹੀ ਜਗ੍ਹਾ ਕਿਉਂ ਚੁਣੀ ਔਰ ਇਹ ਜਗ੍ਹਾ ਨੂੰ ਠੀਕ ਕਰਨ ਦੇ ਵਾਸਤੇ, ਸਾਫ਼ ਸੁਥਰਾ ਕਰਨ ਦੇ ਵਾਸਤੇ ਕਿੰਨੀ ਕੁ ਮਿਹਨਤ ਲੱਗੀ ਹੈ। ਬਾਬਾ ਜੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ, ਆਪਾਂ ਜਦੋਂ ਲੰਘਦੇ ਸੀ ਬਿਲਡਿੰਗ ਬੜੀ ਖਸਤਾ ਹੈ, ਬੜੀ ਹਾਲਤ ਖਰਾਬ ਸੀ, ਕਿਵੇਂ ਸੋਚਿਆ ਕਿ ਆਪਾਂ ਇਸ ਬਿਲਡਿੰਗ ਨੂੰ ਆਬਾਦ ਕਰ ਸਕਦੇ ਹਾਂ ਜਾਂ ਇੱਥੇ ਲੰਗਰ ਤਿਆਰ ਹੋ ਸਕਦੇ ਆ? ਇਹ ਨਾ ਪਿਛਲੇ ਲੰਮੇ ਸਮੇਂ ਤੋਂ ਜੋ ਕਿਸਾਨੀ ਸੰਘਰਸ਼ ਚੱਲਦਾ, ਇਹਦੇ ਮੱਦੇਨਜ਼ਰ ਇੱਥੇ ਕਾਰ ਸੇਵਾ ਖਡੂਰ ਸਾਹਿਬ ਬਾਬਾ ਸੇਵਾ ਸਿੰਘ ਜੀ ਵੱਲੋਂ ਲੰਗਰ ਦੀ ਚੱਲ ਰਿਹਾ ਜੀ ਲਗਾਤਾਰ ਉਦੋਂ ਦਾ ਹੀ। ਤੇ ਉਹ ਪੰਪ ਦੇ ਉੱਪਰ ਲੰਗਰ ਚੱਲ ਰਿਹਾ ਸੀ ਤੇ ਉਹ ਫਿਰ ਪੰਪ ਮਾਲਕ ਕਹਿਣ ਲੱਗੇ ਵੀ ਸਾਨੂੰ ਪੰਪ ਦੇ ਜਗ੍ਹਾ ਵਿਹਲੀ ਕੀਤੀ ਜਾਵੇ ਚਲਾਉਣ ਵਾਸਤੇ, ਵੀ ਪੰਪ 4 ਮਹੀਨੇ ਤੋਂ ਬੰਦ ਆ, ਮੁਲਾਜ਼ਮਾਂ ਦੀਆਂ ਤਨਖਾਹਾਂ ਦੇਣੀਆਂ ਵੀ ਔਖੀਆਂ ਹੋਈਆਂ। ਤੇ ਉਹਦਾ ਕਰਕੇ ਫਿਰ ਉਹਨਾਂ ਨੇ ਵਿਚਾਰ ਕੀਤਾ ਤੇ ਉਹਨਾਂ ਦੇ ਕੋਲ ਇਹ ਜਗ੍ਹਾ ਸੀ, ਉਹਨਾਂ ਨੇ ਸਾਨੂੰ ਇਹ ਜਗ੍ਹਾ ਦੇਤੀ ਵੀ ਤੁਸੀਂ ਲੰਗਰ ਇੱਥੇ ਕਰ ਲਓ ਤੇ ਪੰਪ ਤੋਂ ਸਾਨੂੰ ਵਿਹਲਾ ਕਰ ਦਿਓ। ਹਾਂਜੀ ਬਾਬਾ ਜੀ, ਬਹੁਤ ਜ਼ਿਆਦਾ ਗੰਦਗੀ ਸੀ, ਕਿੰਨੇ ਦਿਨ ਲੱਗ ਗਏ ਇੱਥੇ ਸਫਾਈ ਮੁਹਿੰਮ ਚਲਾਈ, ਸਾਰਾ ਕੁਝ ਸਾਫ਼ ਕੀਤਾ, ਕਿੰਨੇ ਦਿਨਾਂ ਤੋਂ ਕਰ ਰਹੇ ਹੋ? ਲਗਭਗ 4-5 ਦਿਨ ਹੋ ਗਏ ਜੀ ਇੱਥੇ। 20-25 ਸਿੰਘ ਰੋਜ਼ ਲੱਗਦੇ ਸਫਾਈ ਕਰਨ ਤੇ ਹੁਣ ਜਾ ਕੇ ਅਜੇ ਵੀ ਪੂਰਾ ਨਹੀਂ ਹੋਇਆ, ਅਜੇ ਵੀ 2-3 ਦਿਨ ਲੱਗ ਜਾਣਗੇ ਜੀ। ਅਜੇ ਸਫਾਈਆਂ ਤੇ 2-3 ਦਿਨ ਲੱਗ ਜਾਣਗੇ? ਹਾਂਜੀ, ਸਫਾਈ ਕਰਦੇ ਆ, ਆਪਣੇ ਸੈਟਿੰਗ ਕਰਦੇ ਆ, 2-3 ਦਿਨ ਲੱਗ ਜਾਣਗੇ। 4-5 ਦਿਨ ਹੋ ਗਏ ਤੇ 2-3 ਦਿਨ ਹੋਰ ਲੱਗਣਗੇ। ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ 20-25 ਸਿੰਘ ਜਿਹੜੇ ਨੇ ਇੱਥੇ ਲੱਗਦੇ ਆ ਸਫਾਈ ਕਰਨ ਦੇ ਲਈ, ਤੇ ਕਿੰਨਾ ਜਾਣੀ ਇੱਥੇ ਬੁਰਾ ਹਾਲ ਹੋਊਗਾ, ਕਿੰਨੀ ਮਿਹਨਤ ਕਰਨੀ ਪਊਗੀ। ਬਾਬਾ ਜੀ ਸਤਿ ਸ਼੍ਰੀ ਅਕਾਲ ਜੀ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਬਾਬਾ ਜੀ, ਕਿਸ ਤਰ੍ਹਾਂ ਦੇ ਇੰਤਜ਼ਾਮ ਰਹਿਣਗੇ? ਜਿਵੇਂ ਪਹਿਲਾਂ ਆਫ ਕੈਮਰਾ ਜਦੋਂ ਦੱਸਿਆ ਸੀ ਕਿ ਬਾਹਰਲੇ ਪਾਸੇ ਲੰਗਰ ਲੱਗਣਗੇ, ਇੱਥੇ ਜਿਹੜੀ ਤਿਆਰੀ ਹੋਏਗੀ। ਇੰਤਜ਼ਾਮ ਜੋ ਗੁਰੂ ਸਾਹਿਬ ਗੁਰੂ ਨਾਨਕ ਪਾਤਸ਼ਾਹ ਦੀ ਮਰਜ਼ਾਦਾ ਵਾ, ਉਹ ਮਰਜ਼ਾਦਾ ਦੇ ਅਨੁਸਾਰ ਹੀ ਜਿੱਦਾਂ ਸਟੀਲ ਦੇ ਬਰਤਨ ਆਪਣੇ ਕੋਲ ਇੱਥੇ ਬਰਤਨ ਧੋਣ ਦੀ ਇਹ ਜਗ੍ਹਾ ਬਣਾਈ ਜਾਊਗੀ ਸਾਰੀ, ਤੇ ਜੋੜੇ ਲਾ ਕੇ ਸਿਰ ਢਾਕ ਕੇ ਥੱਲੇ ਆਪਣਾ ਬੇਸਮੈਂਟ ਦੇ ਵਿੱਚ ਆਪਾਂ ਲੰਗਰ ਛਕਾਵਾਂਗੇ ਉਹਨਾਂ ਨੂੰ ਮਰਜ਼ਾਦਾ ਦੇ ਵਿੱਚ। ਤੇ ਬਾਕੀ ਜਿੱਦਾਂ ਜੋ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸੋਝੀ ਹੋਊਗੀ, ਗੁਰੂ ਸਾਹਿਬ ਕਿਰਪਾ ਕਰਨਗੇ, ਸਿਰ ਤੇ ਮਿਹਰ ਹੱਥ ਰੱਖ ਕੇ ਆਪਾਂ ਸੰਗਤ ਦੀ ਸੇਵਾ ਪੂਰਾ ਕਰਾਂਗੇ। ਇਹ ਬਿਲਡਿੰਗ ਤਾਂ ਹੀ ਚੁਣੀ ਗਈ ਆ ਵੀ ਲੰਮੇ ਸਮੇਂ ਤੋਂ ਗਾੜੀ ਬਰਸਾਤਾਂ ਦਾ ਸਮਾਂ ਗਾੜੀ ਵੀ ਸ਼ੁਰੂ ਹੋਣਾ ਵਾ, ਇਹ ਕਰਕੇ ਮੌਸਮ ਇਦਾਂ ਵਾ ਵੀ ਆਪਾਂ ਨੂੰ ਵੀ ਬਰਸਾਤਾਂ ਵਾਸਤੇ ਵੀ ਇਹ ਜਗ੍ਹਾ ਥੱਲੇ ਬਿਹਤਰ ਰਹੇਗੀ।
ਵੀ ਪੱਕੀ ਜਗ੍ਹਾ ਵਾ ਸਾਰੀ ਰਿਹਾਇਸ਼ ਦਾ ਪ੍ਰਬੰਧ ਸਾਡੇ ਜਿੰਨੇ ਵੀ ਸੇਵਾਦਾਰ ਆ ਆਪਣਾ ਵੀ ਸੰਸਥਾ ਨੂੰ ਉਹ ਉਹਨਾਂ ਦੀ ਰਿਹਾਇਸ਼ ਉੱਤੇ ਹੋਊਗੀ ਤੇ ਹਲਵਾਈਆਂ ਸੰਘਾਂ ਦਾ ਇੱਥੇ ਭੱਠੀਆਂ ਦਾ ਪ੍ਰਬੰਧ ਸਾਰਾ ਉੱਤੇ ਆਪਾਂ ਪੁਰਾਣੀ ਛੰਨ ਪਾਵਾਂਗੇ ਜੀ ਜੋ ਪੁਰਾਣਾ ਵਿਰਸਾ ਆਪਣਾ ਜੀ। ਜੀ ਜਾਨੀ ਬਾਬਾ ਜੀ ਗੇਟ ਇਧਰੋਂ ਹੀ ਹੋਏਗਾ, ਇਧਰੋਂ ਹੀ ਗੇਟ ਬਣਾਇਆ ਜਾਊਗਾ, ਇਸੇ ਨੂੰ ਲੰਘਣ ਮੇਨ ਗੇਟ ਇਹ ਹੋਏਗਾ। ਇਹਦੇ ਗਾੜੀ ਆਪਾਂ ਫਿਰ ਹੋਰ ਵਧਾਵਾਂਗੇ ਇਹਨੂੰ ਗਾੜੀ ਜੀ ਸ਼ੈੱਡ ਪਾਵਾਂਗੇ ਇੱਥੇ ਆਪਣਾ ਵੀ ਕਾਰ ਸੇਵਾ ਦੀ ਜੋ ਟੋਕਰੀ ਉਹ ਇੱਥੇ ਗਾੜੀ ਹੋਊਗੀ। ਇੱਥੋਂ ਜੋ ਕਿਸੇ ਨੇ ਮਿਲਣ ਗਿਲਣਾ ਵਾ ਰਸਤਬਾਣੀ ਵੀ ਪੁੱਛਣਾ ਵਾ ਰਸਤਬਾਣੀ ਵੀ ਇੱਥੇ ਲੱਥੂਗੀ ਆਪਣੀ ਲੰਗਰ ਦੀ। ਜਾਨੀ ਮੁੱਖ ਰਸਤਾ ਇਧਰੋਂ ਹੀ ਹੋਗਾ ਜਿੱਥੇ ਇਸ ਵੇਲੇ ਟਰਾਲੀ ਤੋਂ ਲੱਕੜਾਂ ਮੇਨ ਗੇਟ ਇਹ ਰਹੂਗਾ ਜੀ ਆਪਣਾ। ਹਾਂਜੀ ਇਧਰੋਂ ਹੀ ਹੋਗਾ। ਹਾਂਜੀ ਹਾਂਜੀ ਠੀਕ ਹੈ। ਸਤਿ ਸ਼੍ਰੀ ਅਕਾਲ ਬਾਬਾ ਜੀ। ਵਾਹਿ ਖਾਲਸਾ ਵਾਹਿ ਫਤਿਹ ਜੀ। ਜੀ ਬਾਬਾ ਜੀ ਸੋਚਿਆ ਇਉਂ ਸੀਗਾ ਕਿ ਇੱਕ ਵੱਡਾ ਇਕੱਠ ਲੈ ਕੇ ਜਾਵਾਂਗੇ, ਕਿਸਾਨ ਆਗੂਆਂ ਨੇ ਵੀ ਜਿਵੇਂ ਸੋਚਿਆ ਸੀਗਾ ਵੱਡਾ ਇਕੱਠ ਲੈ ਕੇ ਜਾਵਾਂਗੇ, ਸਰਕਾਰ ਤੇ ਪ੍ਰੈਸ਼ਰ ਬਣੂਗਾ, ਉਹ ਸਾਡਾ ਹੱਲ ਕਰਨਗੇ। 4 ਮਹੀਨੇ ਹੋ ਗਏ ਪਰ ਸਾਨੂੰ ਆਪਣੇ ਪੱਕੇ ਲੰਗਰ, ਪੱਕੇ ਡੇਰੇ, ਪੱਕੇ ਘਰ ਬਣਾਉਣ ਦੀ ਜ਼ਰੂਰਤ ਪੈ ਰਹੀ ਹੈ। ਹਾਲੇ ਵੀ ਸਰਕਾਰ ਦਾ ਕੋਈ ਲੱਗਦਾ ਨਹੀਂ ਕਿ ਵਤੀਰਾ ਐਦਾਂ ਦਾ ਹੋਊਗਾ। ਕਿਵੇਂ ਦੇਖਦੇ ਹੋ ਕਿ ਸਾਨੂੰ ਆਪ ਨੂੰ ਪੱਕੇ ਕੰਮ ਕਰਨੇ ਪੈ ਰਹੇ ਆ ਇੱਥੇ ਪਰ ਸਰਕਾਰ ਨਹੀਂ ਪੱਕੇ ਪੈਰੀਂ ਆਈ ਜਾਂਦੀ? ਬਿਲਕੁਲ ਆਪ ਜੀ ਦਾ ਸਵਾਲ ਬਿਲਕੁਲ ਜਾਇਜ਼ ਨੇ, ਕਿਉਂਕਿ ਜਿਸ ਤਰੀਕੇ ਨਾਲ ਪਹਿਲਾਂ ਲਗਭਗ 11-12 ਤੌਰ ਦੀ ਵਾਰਤਾ ਹੋਈ ਉਦੋਂ ਕੁਝ ਸੀਗਾ ਕਿ ਮਤਲਬ ਛੇਤੀ ਇਸ ਕਿਸਾਨੀ ਮਸਲੇ ਦੇ ਉੱਤੇ ਕੋਈ ਨਾ ਕੋਈ ਹੱਲ ਨਿਕਲੇਗਾ ਤੇ ਸਰਕਾਰ ਕਿਸੇ ਨਾ ਕਿਸੇ ਮੁੱਦੇ ਤੇ ਆਵੇਗੀ। ਲੇਕਿਨ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਉਸ ਤੋਂ ਬਾਅਦ ਜਿਹੜੀ ਆ ਉਹ ਟੋਬਲ ਟੋਕ ਬੰਦ ਹੋ ਗਈ ਆ, ਕੋਈ ਗੱਲਬਾਤ ਗਾਂ ਨਹੀਂ ਹੋਈ ਔਰ ਇੱਕ ਪਾਸੇ ਜਿਹੜੀਆਂ ਸਰਕਾਰਾਂ ਉਹ ਕਰੋਨਾ ਦੇ ਡਰ ਭੈ ਫੈਲਾ ਕੇ ਤੇ ਆਪ ਵੱਡੇ ਪੱਧਰ ਤੇ ਉਹ ਜਿਹੜੀਆਂ ਲੱਖਾਂ ਦੇ ਹਿਸਾਬ ਨਾਲ ਇਕੱਠ ਕਰਕੇ ਰੈਲੀਆਂ ਕਰ ਰਹੀਆਂ ਆ ਤੇ ਕਿਤੇ ਨਾ ਕਿਤੇ ਇਹ ਇੱਕ ਸੋਚਣ ਲਈ ਮਜਬੂਰ ਆ। ਕਿਸਾਨ ਆਗੂ ਵੀ ਇਸ ਗੱਲ ਤੇ ਚਿੰਤਤ ਨੇ, ਕਿਸਾਨ ਵੀ ਚਿੰਤਤ ਨੇ। ਇਸ ਕਰਕੇ ਉਹ ਵੀ ਹੁਣ ਪੱਕੇ ਪੈਰੀਂ ਆਪਣੇ ਪ੍ਰਬੰਧ ਇਸ ਤਰੀਕੇ ਨਾਲ ਕਰ ਰਹੇ ਕਿ ਅਗਰ ਸਾਨੂੰ ਇਹ ਲੜਾਈ ਲੰਮੇ ਸਮੇਂ ਤੱਕ ਲੜਨੀ ਪਈ ਤੇ ਅਸੀਂ ਕਿਸ ਤਰੀਕੇ ਨਾਲ ਯੋਗ ਪ੍ਰਬੰਧ ਕਰਕੇ ਢੁਕਵੇਂ ਪ੍ਰਬੰਧ ਕਰਕੇ ਇਸ ਅੰਦੋਲਨ ਨੂੰ ਲੰਮੇ ਸਿਰੇ ਤੇ ਲੈਣਾ ਆ। ਤੇ ਉਹਨਾਂ ਨੇ ਆਪਣੀਆਂ ਰਣਨੀਤੀਆਂ ਜਿਹੜੀਆਂ ਕਿਸਾਨਾਂ ਨੇ ਬਦਲ ਦਿੱਤੀਆਂ। ਜਿੱਥੇ ਵੀ ਇਲੈਕਸ਼ਨ ਹੋ ਰਹੇ ਨੇ ਉੱਥੇ ਕਿਸਾਨਾਂ ਨੂੰ ਜਾ ਕੇ ਉਹ ਆਪਣੇ ਪੱਖ ਰੱਖ ਰਹੇ ਨੇ, ਕਿਸਾਨ ਆਗੂ ਜਾ ਕੇ ਮੀਟਿੰਗਾਂ ਕਰ ਰਹੇ ਨੇ ਤੇ ਹੋ ਸਕਦਾ ਹੈ ਕਿਸਾਨ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰੀਕੇ ਨਾਲ ਕਿਸਾਨ ਜਿਹੜੇ ਉਹ ਮਿਹਨਤ ਕਰ ਰਹੇ ਨੇ, ਪ੍ਰਚਾਰ ਕਰ ਰਹੇ ਨੇ ਤੇ ਬਹੁਤ ਸਾਰੇ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ। ਸੱਚਾਈ ਲੋਕਾਂ ਦੇ ਸਾਹਮਣੇ ਤੁਹਾਡੇ ਵਰਗੇ ਚੰਗੇ ਪੱਤਰਕਾਰਾਂ ਰਾਹੀਂ ਸੱਚ ਜਿਹੜਾ ਦੁਨੀਆ ਤੇ ਪਹੁੰਚ ਰਿਹਾ ਤੇ ਉਮੀਦ ਆ ਕਿ ਜਲਦੀ ਕੋਈ ਨਾ ਕੋਈ ਹੱਲ ਨਿਕਲੇ। ਨਹੀਂ ਤਾਂ ਕੋਈ ਨਾ ਕੋਈ ਰਣਨੀਤੀ ਜਿਹੜੀ ਆ ਆਉਣ ਵਾਲੇ ਸਮੇਂ ਦੇ ਵਿੱਚ ਬੁੱਧੀਜੀਵੀ, ਸੰਤ ਸਮਾਜ ਜਾਂ ਕਿਸਾਨ ਆਗੂ ਰਲ ਕੇ ਕੋਈ ਨਾ ਕੋਈ ਇੱਕ ਵੱਡੇ ਪੱਧਰ ਤੇ ਇੱਕ ਵਿਚਾਰਧਾਰਾ ਕੋਈ ਹੋਰ ਜਿਹੜੀ ਆ ਵਿਚਾਰ ਜਿਹੜੀ ਉਹ ਗੁਰਮਤਾ ਜਿਹੜਾ ਉਹ ਕਰਨਾ ਪਊਗਾ। ਬਾਬਾ ਜੀ ਇਹ ਸੇਵਾ ਜਿਹੜੀ ਇੱਥੇ ਚੱਲ ਰਹੀ ਆ ਇਹ ਬਾਬਾ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਵੱਲੋਂ ਹੀ ਆ ਜਾਂ ਹੋਰ ਵੀ ਸੰਸਥਾਵਾਂ ਜਿਹੜੀਆਂ ਨੇ ਉਹ ਕਰ ਇਹ ਜਿਹੜਾ ਲੰਗਰ ਲਗਭਗ ਕਈ ਮਹੀਨਿਆਂ ਤੋਂ ਜਿਹੜਾ ਚੱਲ ਰਿਹਾ ਆ ਮਤਲਬ ਇਹ ਪੰਪ ਦੇ ਉੱਪਰ ਉਹ ਕਾਰ ਸੇਵਾ ਖਡੂਰ ਸਾਹਿਬ ਸੰਸਥਾ ਬਾਬਾ ਸੇਵਾ ਸਿੰਘ ਜੀ ਮੁਖੀ ਨੇ ਉਹਨਾਂ ਵੱਲੋਂ ਚੱਲ ਰਿਹਾ। ਨਾਲ ਦੀ ਨਾਲ ਹੀ ਅਸੀਂ ਵਾਤਾਵਰਣ ਦਾ ਜੇ ਅਸੀਂ ਇਹਨਾਂ ਦਾ ਇਹ ਪੰਪ ਵਾਲਿਆਂ ਦੀ ਜਗ੍ਹਾ ਨੂੰ ਕਾਫੀ ਟਾਈਮ ਤੋਂ ਵਰਤੋਂ ਕੀਤੀ ਤੇ ਅੱਜ ਆਪ ਜੀ ਵੇਖ ਸਕਦੇ ਹੋ ਉਸ ਜਗ੍ਹਾ ਤੇ ਅਸੀਂ ਫੁੱਲ ਬੂਟੇ ਲਾ ਕੇ ਜਗ੍ਹਾ ਵੀ ਖਾਲੀ ਕਰ ਦਿੱਤੀ ਆ ਤੇ ਉੱਥੇ ਵਧੀਆ ਘਾਹ ਲਾ ਕੇ ਫੁੱਲ ਬੂਟੇ ਲਾ ਕੇ ਪਾਰਕ ਬਣਾ ਕੇ ਉਹਨਾਂ ਨੂੰ ਦੇ ਦਿੱਤੀ ਆ ਕਿ ਤੁਸੀਂ ਸਾਨੂੰ ਇੰਨਾ ਚਿਰ ਸਾਡਾ ਸਹਿਯੋਗ ਕੀਤਾ, ਤੁਹਾਡਾ ਬਹੁਤ ਬਹੁਤ ਧੰਨਵਾਦ ਆ। ਤੇ ਉਸੇ ਤਰੀਕੇ ਨਾਲ ਵਧੀਆ ਕਿਉਂਕਿ ਸਾਡਾ ਜਾਂ ਕਿਸਾਨਾਂ ਦਾ ਕੋਈ ਵੀ ਮਕਸਦ ਇਹ ਨਹੀਂ ਵੀ ਕਿਸੇ ਵੀ ਜਨਮਾਨਸ ਨੂੰ ਪਰੇਸ਼ਾਨ ਕਰਨਾ ਨਹੀਂ ਆ ਤੇ ਉਹਨਾਂ ਨੂੰ ਸਮੇਂ ਦੇ ਮੁਤਾਬਕ ਲੋੜ ਸੀਗੀ ਕਿਉਂਕਿ ਕਾਫੀ ਸਮੇਂ ਤੋਂ ਜਿਹੜਾ ਪੰਪ ਬੰਦ ਸੀਗਾ ਤੇ ਆਪਸੀ ਤਾਲਮੇਲ ਤੇ ਸਹਿਯੋਗ ਦੇ ਨਾਲ ਜਿਹੜੇ ਸਾਰੇ ਕਾਰਜ ਚੱਲ ਰਹੇ ਨੇ ਤੇ ਇਹ ਲੰਗਰਾਂ ਦਾ ਜਿਹੜਾ ਪ੍ਰਬੰਧ ਆ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਕਰਾ ਰਹੇ। ਬਾਬਾ ਜੀ ਹੋਰਾਂ ਨਾਲ ਗੱਲਬਾਤ ਵੀ ਕਰਾਂਗੇ ਪਰ ਅੰਦਰ ਦੀਆਂ ਇੱਕ ਵਾਰ ਤੁਹਾਨੂੰ ਤਸਵੀਰਾਂ ਦਿਖਾ ਦਈਏ। ਤੁਸੀਂ ਆਪ ਹੀ ਦੇਖੋ ਕਿ ਆਹ ਦੇਖੋ ਇੱਥੇ ਜਿਹੜਾ ਹਲੇ ਵੀ ਸਫਾਈ ਜਿਹੜੀ ਆ ਉਹ ਚੱਲ ਰਹੀ ਆ। ਜਾਣੀ ਐਦਾਂ ਦਾ ਹੀ ਜਿਹੜਾ ਇੱਥੇ ਕੂੜਾ ਕਰਕਟ ਸੀਗਾ ਜਿਹੜਾ ਬਹੁਤ ਵੱਡੀ ਮਾਤਰਾ ਦੇ ਵਿੱਚ ਸੀ ਤੇ ਇਧਰੋਂ ਬਿਲਕੁਲ ਪਿੱਛੋਂ ਤਾਂ ਸਫਾਈ ਕਰ ਦਿੱਤੀ ਗਈ ਹੈ ਔਰ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਬੇਸਮੈਂਟ ਦਿਖਾਵਾਂਗੇ। ਬੇਸਮੈਂਟ ਦੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਜਿੱਥੇ ਸੰਗਤ ਨੇ ਬੈਠ ਕੇ ਪ੍ਰਸ਼ਾਦਾ ਛਕਣਾ, ਲੰਗਰ ਛਕਣਾ, ਇਹਦੀ ਸਫਾਈ ਆ ਜਿਹੜੀ ਸਭ ਤੋਂ ਪਹਿਲਾਂ ਕੀਤੀ ਗਈ ਆ। ਇੱਥੇ ਬਾਬਾ ਜੀ ਇੱਥੇ ਮਸ਼ੀਨ ਲੱਗੇਗੀ, ਅੰਦਰ ਮਸ਼ੀਨ ਲੱਗੇਗੀ ਤਾਂ ਦੇਖੋ ਇੱਥੇ ਕੁਝ ਜਿਹੜਾ ਜਿਵੇਂ ਆਲੂ ਦੀਆਂ ਬੋਰੀਆਂ ਹੈਗੀਆਂ ਉਹ ਤਾਂ ਰੱਖ ਵੀ ਦਿੱਤੀਆਂ ਗਈਆਂ ਔਰ ਇਹ ਜਿਹੜਾ ਹਾਲ ਹੋਊਗਾ ਇਸ ਹਾਲ ਦੇ ਵਿੱਚ ਲੰਗਰ ਛਕਾਇਆ ਜਾਊਗਾ। ਇਹ ਪੁਰਾਣੇ ਪੱਖੇ ਸੀ ਬਾਬਾ ਜੀ ਜਿਹੜੇ ਲਾ ਕੇ ਰੱਖੇ ਨੇ ਜੀ ਤਾਂ ਆਪਾਂ ਲਿਆਏ ਆ ਲੰਗਰ ਚਲਾਉਣ ਵਾਸਤੇ ਜੀ। ਮਸ਼ੀਨ ਲਾਤੀ ਆ ਮਸ਼ੀਨ ਲੱਗੀ ਹੋਈ ਹੈ ਜੀ ਇੱਥੋਂ ਇਹ ਪ੍ਰਸ਼ਾਦੇ ਵਾਲੀ ਜਿਹੜੀ ਮਸ਼ੀਨ ਹੈ ਉਹ ਥੱਲੇ ਰੱਖਤੀ ਆ ਬੇਸਮੈਂਟ। ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਰਿਸਕ ਨਹੀਂ ਲਿਆ ਜਾ ਸਕਦਾ ਕਿਉਂਕਿ ਪੁਰਾਣੀ ਬਿਲਡਿੰਗ ਹੈ, ਜਿਹੜਾ ਭਾਰੀ ਸਮਾਨ ਹੈ ਉਹਨੂੰ ਨੀਚੇ ਹੀ ਰੱਖਿਆ ਜਾ ਰਿਹਾ, ਜਾਣੀ ਇਹ ਬੇਸਮੈਂਟ ਦੇ ਵਿੱਚ ਆ ਇੱਥੋਂ ਤਾਂ ਕਿ ਕੋਈ ਨੁਕਸਾਨ ਨਾ ਹੋ ਸਕੇ ਤਾਂ ਉੱਪਰ
ਜਿਹੜੀ ਅਸੀਂ ਤੁਹਾਨੂੰ ਹਲੇ ਜਿਹੜੀ ਉੱਪਰਲੀ ਛੱਤ ਹੈ ਜਾਂ ਉੱਪਰਲੀ ਬਿਲਡਿੰਗ ਹੈ ਉਹ ਤੁਹਾਨੂੰ ਦਿਖਾਉਣੀ, ਬਾਕੀ ਉਹ ਵੀ ਦਿਖਾਵਾਂਗੇ ਜਿਹਦੇ ਵਿੱਚ ਜਿਹੜੇ ਸੇਵਕ ਸੇਵਾਦਾਰ ਇੱਥੇ ਹੋਣਗੇ, ਜਿਹੜੇ ਸੇਵਾ ਕਰਨਗੇ, ਉਹਨਾਂ ਦੇ ਆਰਾਮ ਫਰਮਾਉਣ ਦੇ ਲਈ ਇਹ ਹੋਗਾ। ਬਾਬਾ ਜੀ ਕੁਝ ਸਮਾਨ ਤਾਂ ਪਹੁੰਚ ਵੀ ਗਿਆ ਨਾ, ਕੁਝ ਸਮਾਨ ਰੱਖ ਲਿਆ ਸੀ? ਹਾਂਜੀ, 2-3 ਦਿਨਾਂ 'ਚ ਸਾਰਾ ਸਮਾਨ ਜਿਹੜਾ ਇੱਥੇ ਪਹੁੰਚ ਜਾਏਗਾ ਤੇ ਲੰਗਰ ਹਜੇ ਉਸੇ ਜਗ੍ਹਾ ਤੇ ਵਰਤਾਇਆ ਜਾ ਰਿਹਾ ਆ। ਮਸ਼ੀਨ ਅੱਜ ਇੱਥੇ ਚਾਲੂ ਕਰਕੇ ਪ੍ਰਸ਼ਾਦੇ ਪਕਾ ਕੇ ਜਿਹੜੇ ਉੱਥੇ ਲੈ ਕੇ ਜਾ ਰਹੇ ਆ, ਤੇ ਬਾਕੀ ਸਮਾਨ ਜਿਹੜਾ 2-3 ਦਿਨਾਂ 'ਚ ਸਫਾਈ ਸਫੂਈ ਕਰਕੇ ਸਾਰਾ, ਕਿਉਂਕਿ ਸਭ ਤੋਂ ਵੱਡੀ ਗੱਲ ਆ ਵੀ ਲੋਕਾਂ ਦੀ ਸਿਹਤ ਦਾ ਜਿਹੜਾ ਬਹੁਤ ਧਿਆਨ ਰੱਖਣਾ ਜ਼ਰੂਰੀ ਆ। ਜਿੰਨਾ ਚਿਰ ਹਜੇ ਇੱਥੇ ਮੱਖੀਆਂ ਵਗੈਰਾ ਮੱਛਰ ਵਗੈਰਾ ਐਂਟਰੈਂਸ ਕਰ ਰਿਹਾ ਬਿਲਡਿੰਗ ਦੇ ਅੰਦਰ, ਤੇ ਉਹਦੀ ਚਾਰੇ ਪਾਸੇ ਪਹਿਲਾਂ ਅਸੀਂ ਸਫਾਈ ਕਰਕੇ ਸਪਰੇਅ ਵਗੈਰਾ ਕਰਕੇ ਸਾਰੀ ਮੱਛਰਦਾਨੀ ਜਿਹੜੀ ਲਾ ਕੇ ਜਾਲੀ ਲਾ ਕੇ ਉਸ ਤੋਂ ਬਾਅਦ ਲੰਗਰ ਸ਼ੁਰੂ ਕਰਾਂਗੇ, ਤਾਂ ਕਿ ਜਿਹੜੀਆਂ ਬਾਹਰੋਂ ਕਿਉਂਕਿ ਬਾਹਰ ਦੀ ਇੱਥੋਂ ਦੀ ਗੰਦਾ ਨਾਲਾ ਜਾ ਰਿਹਾ, ਤੇ ਉੱਥੋਂ ਜਿਹੜੀਆਂ ਮੱਖੀਆਂ ਵਗੈਰਾ ਮੱਛਰ ਵਗੈਰਾ ਉਹ ਆ ਕੇ ਅੰਦਰ ਐਂਟਰ ਨਾ ਹੋਵੇ। ਸੋ ਉਹਦੇ ਲਈ ਯੋਗ ਪ੍ਰਬੰਧ ਕੀਤੇ ਜਾਣਗੇ, ਐਗਜ਼ਸਟ ਫੈਨ ਵਗੈਰਾ ਲਾਏ ਜਾਣਗੇ, ਮੱਛਰ ਜਾਲੀ ਲੱਗ ਰਹੀ ਹੈ ਤੇ ਲਾਵਾਂਗੇ, ਇੱਥੇ ਵੀ ਲਾਵਾਂਗੇ, ਤੇ ਫਿਰ ਇੱਥੇ ਜਿਹੜਾ ਲੰਗਰ 2-3 ਦਿਨਾਂ ਤੇ ਚਾਲੂ ਕਰਾਂਗੇ। ਬਾਬਾ ਜੀ ਲਾਈਟ ਦਾ ਪ੍ਰਬੰਧ ਕਿੱਥੋਂ ਹੋਏਗਾ? ਲਾਈਟ ਦੀ ਵੀ ਕਾਫੀ ਜ਼ਰੂਰਤ ਰਹਿਣੀ ਆ, ਪੱਖੇ ਹੈ, ਤੁਸੀਂ ਕਿਹਾ ਐਗਜ਼ਾਸਟ ਫੈਨ ਲੱਗਣਗੇ, ਹੋਰ ਵੀ ਕਾਫੀ ਜ਼ਰੂਰਤ ਪੈਣੀ ਆ ਲਾਈਟ ਦੀ ਵੀ। ਲਾਈਟ ਦਾ ਪ੍ਰਬੰਧ ਹੋ ਰਿਹਾ? ਇਹ ਸਾਨੂੰ ਜਿਹੜਾ ਉਹ ਪੰਪ ਤੋਂ ਜਿਹੜੇ ਆ ਸਹਿਯੋਗ ਕਰ ਰਹੇ ਨੇ, ਲਾਈਟ ਉਹ ਵੀ ਦੇ ਰਹੇ, ਸਾਡੇ ਕੋਲੇ ਜਨਰੇਟਰ ਵੀ ਰੱਖੇ ਹੋਏ ਨੇ, ਹੋਰ ਵੀ ਕਾਫੀ ਜਿਹੜਾ ਆ ਪੈਟਰੋਲ ਪੰਪ ਵਾਲੇ ਜਿਹੜੇ ਕਾਫੀ ਸਹਿਯੋਗ ਕਰ ਰਹੇ ਨੇ, ਉਹਨਾਂ ਤੋਂ ਅਸੀਂ ਕਨੈਕਸ਼ਨ ਲਿਆ ਹੋਇਆ ਹੈ, ਉਹ ਕਾਫੀ ਸਹਿਯੋਗ ਕਰ ਰਹੇ। ਉਸ ਤੋਂ ਬਾਅਦ 1-2 ਜਨਰੇਟਰ ਵੀ ਰੱਖੇ ਹੋਏ ਨੇ, ਤੇ ਉਹਨਾਂ ਨਾਲ ਵੀ ਆਪਣਾ ਕੰਮ ਚੱਲ ਰਿਹਾ। ਜਨਰੇਟਰ ਵੀ ਹੈ। ਔਰ ਇੱਧਰ ਦੇਖੋ ਕਿ ਇੱਧਰੋਂ ਜਿਹੜੀ ਹੈ ਸੇਵਾ ਚੱਲ ਰਹੀ ਹੈ, ਪਿਛਲੇ ਪਾਸੇ ਲੱਕੜਾਂ ਰੱਖੀਆਂ ਜਾ ਰਹੀਆਂ, ਜਿਹੜੀਆਂ ਟਰਾਲੀਆਂ ਭਰ ਕੇ ਉਧਰੋਂ ਆ ਰਹੀਆਂ, ਔਰ ਸੇਵਾਦਾਰ ਨੇ ਜਿਹੜੇ ਉਹ ਵੀ ਲਗਾਤਾਰ ਸੇਵਾ ਕਰ ਰਹੇ ਨੇ, ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ, ਕਿਉਂਕਿ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਿਹਾ ਕੰਮ, ਕਾਫੀ ਬਾਕੀ ਹੈ। ਜਿਹੜੀਆਂ ਤੁਹਾਨੂੰ ਇੱਕ ਵਾਰ ਉੱਪਰਲੀਆਂ ਖਿੜਕੀਆਂ ਦਿਖਾ ਦਿਓ ਜੀ, ਖਿੜਕੀਆਂ ਦੇਖੋ, ਆਹ ਸਾਰੀਆਂ ਖਿੜਕੀਆਂ ਬੰਦ ਕਰਨੀਆਂ। ਬਾਬਾ ਜੀ ਨੇ ਕਿਹਾ ਕਿ ਅਸੀਂ ਇੱਥੇ ਮੱਛਰਦਾਨੀਆਂ ਲਾਵਾਂਗੇ, ਕਿਉਂਕਿ ਦੇਖੋ ਕਿ ਤਸਵੀਰਾਂ 'ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਬਿਲਡਿੰਗ ਦੀ ਕਿੰਨੀ ਕੁ ਖਸਤਾ ਹਾਲਤ ਹੈ, ਔਰ ਇਹਨੂੰ ਪਹਿਲਾਂ ਤਾਂ ਆਬਾਦ ਕਰਨਾ, ਪਹਿਲਾਂ ਤਾਂ ਇਹਨੂੰ ਵਸਦਿਆਂ 'ਚ ਕਰਨਾ ਹੈ, ਤੇ ਉਸ ਤੋਂ ਬਾਅਦ ਇੱਥੇ ਜਿਹੜੇ ਆ ਗੁਰੂ ਕੇ ਲੰਗਰ ਚੱਲਣਗੇ। ਜਿਵੇਂ ਬਾਬਾ ਜੀ ਨੇ ਵੀ ਦੱਸਿਆ ਕਿ ਨਾਲ ਜਿਹੜਾ ਹੈਗਾ ਗੰਦਾ ਨਾਲਾ ਗੁਜ਼ਰਦਾ, ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਨਾ ਫੈਲ ਸਕੇ ਜਾਂ ਕੋਈ ਗੰਦਗੀ ਵਾਲਾ ਜਿਹੜਾ ਲੰਗਰ ਨਾ ਹੋ ਸਕੇ, ਇਸ ਕਰਕੇ ਜਿਹੜੇ ਸਾਰੇ ਆ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਨੇ। ਤਾਂ ਆਹ ਉੱਪਰਲੀ ਬਿਲਡਿੰਗ ਹੈ ਜੀ, ਇਹ ਉੱਪਰ ਵਾਲੀ ਬਿਲਡਿੰਗ ਹੈ ਜਿੱਥੇ ਇਸ ਵੇਲੇ ਮੱਛਰਦਾਨੀਆਂ ਲੱਗ ਰਹੀਆਂ ਨੇ। ਇੱਥੇ ਮੱਛਰਦਾਨੀਆਂ ਲੱਗ ਰਹੀਆਂ, ਤੁਹਾਨੂੰ ਦਿਖਾਉਂਦੇ ਆ ਕਿਵੇਂ ਕਿਵੇਂ ਇੱਥੇ ਤਿਆਰੀਆਂ ਹੋ ਰਹੀਆਂ, ਕਿਉਂਕਿ ਜਿਹੜੇ ਲੋਕ ਸਾਨੂੰ ਦੇਖ ਰਹੇ ਨੇ, ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਉਹਨਾਂ ਨੇ ਇੱਥੇ ਆਉਣਾ ਹੈ ਤਾਂ ਉਹਨਾਂ ਨੂੰ ਪਤਾ ਹੋਵੇ ਕਿ ਅਸੀਂ ਕਿਸ ਲੰਗਰ ਦੇ ਵਿੱਚ ਜਾ ਰਹੇ ਹਾਂ ਜਾਂ ਕਿੱਥੇ ਕੀ ਕੁਝ ਹੈ। ਤਾਂ ਆ ਜਿਹੜੇ ਨੇ ਇੱਥੇ ਸੇਵਾਦਾਰ ਜਾਣੀ ਆਪਣੇ ਰਹਿਣ ਦਾ ਪ੍ਰਬੰਧ ਕਰਨਗੇ, ਜਿਵੇਂ ਪੱਖੇ ਰੱਖੇ ਪਏ ਨੇ, ਇੱਥੇ ਜਿਹੜੇ ਸੇਵਾਦਾਰ ਸੇਵਾ ਕਰਨਗੇ ਉਹਨਾਂ ਦੇ ਰਹਿਣ ਦਾ ਪ੍ਰਬੰਧ ਆ। ਆਹ ਦਿਖਾ ਦਿਓ ਜੀ, ਆਹ ਜਿਹੜੀਆਂ ਮੱਛਰਦਾਨੀਆਂ ਲੱਗ ਰਹੀਆਂ, ਔਰ ਪ੍ਰੋਪਰ ਤਰੀਕੇ ਦੇ ਨਾਲ ਕਵਰ ਕੀਤਾ ਜਾ ਰਿਹਾ, ਕਿਉਂਕਿ ਪੋਸੀਬਲ ਨਹੀਂ ਹੈਗਾ ਕਿ ਇਹਨਾਂ ਤੇ ਸ਼ੀਸ਼ੇ ਲੱਗ ਸਕਣ, ਇਹਨਾਂ ਨੂੰ ਉਸੇ ਤਰੀਕੇ ਨਾਲ ਬਣਾਇਆ ਜਾ ਸਕੇ। ਪਰ ਇਹ ਜ਼ਰੂਰ ਹੈ ਕਿ ਜਿਹੜੀਆਂ ਮੱਖੀਆਂ ਜਾਂ ਮੱਛਰ ਹੈ ਉਹਨਾਂ ਤੋਂ ਜ਼ਰੂਰ ਕਿਤੇ ਨਾ ਕਿਤੇ ਇਹਨਾਂ ਨੂੰ ਰੋਕਿਆ ਜਾ ਸਕਦਾ ਹੈ, ਮੱਛਰ ਮੱਖੀਆਂ ਨੂੰ, ਕਿ ਉਹ ਐਂਟਰ ਨਾ ਕਰ ਸਕਣ। ਇਹ ਖਿੜਕੀਆਂ ਜਿਹੜੀਆਂ ਨੇ ਖਸਤਾ ਹਾਲਤ ਹੈ, ਟੁੱਟੀਆਂ ਹੋਈਆਂ, ਪਰ ਇਹਨਾਂ ਨੂੰ ਕਵਰ ਜ਼ਰੂਰ ਕੀਤਾ ਜਾ ਰਿਹਾ ਆਪਣੇ ਪੱਧਰ ਤੇ। ਕੁਝ ਪੱਖੇ ਲੱਗ ਵੀ ਗਏ ਹੈ, ਔਰ ਖਸਤਾ ਬਿਲਡਿੰਗ, ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰਦੇ ਹੁੰਦੇ ਆ ਕਿ ਜੰਗਲ 'ਚ ਮੰਗਲ ਲਾਉਣ ਵਾਲੀ ਇਹ ਕੌਮ ਹੈ। ਹਰ ਜਿੱਥੇ ਲੋਕ ਹੱਥ ਖੜੇ ਕਰ ਜਾਂਦੇ ਆ ਕਿ ਆ ਖੰਡਰ ਨੂੰ ਅਸੀਂ ਕਿਵੇਂ ਸੰਭਾਲਾਂਗੇ, ਤਾਂ ਇਹ ਉਹ ਕੌਮ ਹੈ ਜਿਹੜੀ ਬਰਬਾਦ ਨੂੰ ਆਬਾਦ ਕਰ ਸਕਦੀ ਆ। ਇਹ ਤਸਵੀਰਾਂ ਜਿਹੜੀਆਂ ਪ੍ਰਤੱਖ ਨੇ, ਪ੍ਰਤੱਖ ਨੂੰ ਜ਼ਰੂਰਤ ਨਹੀਂ ਹੁੰਦੀ ਕਿ ਅਸੀਂ ਬਾਬਾ ਜੀ ਨਾਲ ਵੀ ਗੱਲਬਾਤ ਕਰਦੇ ਹਾਂ। ਬਾਬਾ ਜੀ, ਬਰਬਾਦ ਬਿਲਡਿੰਗ ਨੂੰ ਆਬਾਦ ਕਰ ਦਿੱਤਾ, ਔਰ ਇਸੇ ਤਰ੍ਹਾਂ ਦੇ ਨਾਲ ਸਾਡਾ ਇਤਿਹਾਸ ਵੀ ਸਾਨੂੰ ਇਹੋ ਹੀ ਸਿਖਾਉਂਦਾ ਹੈ ਕਿ ਤੁਸੀਂ ਕਿਵੇਂ ਕਿਤੇ ਜਾ ਕੇ ਜਿਹੜੇ ਡੇਰੇ ਲਾਉਣੇ ਆ ਤੇ ਆਪਣੇ ਆਪ ਨੂੰ ਵਸਦਿਆਂ 'ਚ ਕਿਵੇਂ ਕਰਨਾ। ਮੈਨੂੰ ਲੱਗਦਾ ਇਤਿਹਾਸ ਆਪਣੇ ਆਪ ਨੂੰ ਦੁਹਰਾ ਵੀ ਰਿਹਾ, ਔਰ ਇਤਿਹਾਸ ਬਹੁਤ ਕੁਝ ਸਿਖਾ ਵੀ ਰਿਹਾ। ਅਸਲ ਵਿੱਚ ਇਹ ਜਿਹੜਾ ਸਿੱਖ ਧਰਮ ਆ, ਉਹ ਆਪਣੀਆਂ ਮੁੱਢਲੀਆਂ ਜਿਹੜੀਆਂ ਗੁਰੂ ਸਾਹਿਬ ਨੇ ਸਾਨੂੰ ਜਿਹੜੀਆਂ ਸਿੱਖਿਆ ਦਿੱਤੀਆਂ, ਕਿਰਤ ਕਰੋ ਵੰਡ ਛਕੋ ਦਾ ਜਿਹੜਾ ਉਪਦੇਸ਼ ਦਿੱਤਾ, ਉਹਦੇ ਤੇ ਸਿੱਖ ਕੌਮ ਚੱਲਦੀ ਆ, ਤੇ ਉਸ ਦੇ ਉੱਤੇ ਹੀ ਪਹਿਰਾ ਦਿੰਦਿਆਂ ਹੋਇਆਂ ਜਿਹੜੇ ਇਹ ਸਾਰੇ ਕਾਰਜ ਜਿਹੜੇ ਉਹ ਚੱਲ ਰਹੇ ਆ। ਜਿਵੇਂ ਕਿ ਬਿਲਡਿੰਗ ਜਿਹੜੀ ਪੁਰਾਣੀ ਸੀਗੀ, ਤੇ ਸਭ ਤੋਂ ਵੱਡੀ ਗੱਲ ਆ ਕਿ ਨਾਮ ਦੀ ਜਿਹੜੀ ਖੁਸ਼ਬੂ ਆ, ਨਾਮ ਸਿਮਰਨ ਦੇ ਜਿਹੜੇ ਪਹਿਰੇ ਆ, ਉਹ ਸਾਰੀਆਂ ਬਾਧਾਂ ਜਿਹੜੀਆਂ ਉਹ ਦੂਰ ਕਰ ਦਿੰਦੇ ਆ, ਤੇ ਸਮੱਤ ਬਖਸ਼ਦੇ ਆ, ਮਾੜੇ ਕੰਮਾਂ ਤੋਂ ਗੁਰੇਜ਼ ਕਰਵਾਉਣ ਲਈ ਸਾਨੂੰ ਪ੍ਰੇਰਿਤ ਕਰਦੇ ਆ, ਤੇ ਸਾਨੂੰ ਇੱਕ ਨਵੀਂ ਊਰਜਾ ਮਿਲਦੀ ਆ, ਚੰਗੀ ਸੋਚ ਪੈਦਾ ਹੁੰਦੀ ਆ। ਤੋ ਕਾਰ ਸੇਵਾ ਸੰਸਥਾਵਾਂ ਜਿਹੜੀਆਂ ਜਿੱਥੇ ਵੀ ਜਾ ਕੇ ਆਪਣਾ ਪੜਾਅ ਲਾਉਂਦੀਆਂ ਆ, ਉੱਥੇ ਨਾਮ ਸਿਮਰਨ ਜਿਹੜਾ 2 ਘੰਟੇ ਸਵੇਰੇ ਤੇ 2 ਘੰਟੇ ਰਾਤ ਨੂੰ ਜਿਹੜੀਆਂ ਸੰਗਤਾਂ ਇੱਥੇ ਪਹੁੰਚਦੀਆਂ, ਉਹਨਾਂ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ ਕਿ ਨਾਮ ਬੰਦਗੀ ਦੇ ਨਾਲ ਜੁੜੇ ਰਹਿਣਾ, ਤੇ ਨੇਕ ਕੰਮ ਲਈ ਆਪਾਂ ਹਰ ਕਿਸੇ ਨੂੰ ਪ੍ਰੇਰਿਤ ਕਰਨਾ, ਤੇ ਆਪ ਵੀ ਕੰਮ ਕਰਨੇ ਆ। ਸੋ 2 ਘੰਟੇ ਰਾਤ ਨੂੰ ਤੇ 2 ਘੰਟੇ ਸਵੇਰ ਨੂੰ ਜਿਹੜਾ ਨਾਲ ਦੀ ਨਾਲ ਸੇਵਾਵਾਂ ਦੇ ਨਾਮ ਸਿਮਰਨ ਦਾ ਪਹਿਰਾ ਵੀ ਜਿਹੜਾ ਚੱਲੇਗਾ। ਨਾਮ ਸਿਮਰਨ ਦਾ ਪਹਿਰਾ ਵੀ ਨਾਲ ਚੱਲਦਾ ਰਹਿਣਾ।
ਤੇ ਇਹ ਦੋ ਪਾਰਟ ਨੇ ਇਸ ਬਿਲਡਿੰਗ ਦੇ ਜਿਹੜੇ ਵਰਤੋਂ ਦੇ ਵਿੱਚ ਲਿਆਂਦੇ ਜਾਣਗੇ। ਤੇ ਜਿੱਥੇ ਅਸੀਂ ਇਸ ਵੇਲੇ ਖੜੇ ਆ, ਇੱਥੇ ਜਿਹੜੇ ਸੇਵਾਦਾਰ ਹੈ ਉਹ ਜਾਣੀ ਥੋੜਾ ਬਹੁਤਾ ਸਮਾਨ ਜਿਹੜਾ ਇੱਥੇ ਰੱਖਿਆ ਵੀ ਜਾਏਗਾ, ਕਿਉਂਕਿ ਬਿਲਡਿੰਗ ਖਸਤਾ ਹੋਣ ਕਰਕੇ ਜਿਹੜੇ ਸੇਵਾਦਾਰ ਨੇ ਉਹ ਵੀ ਰਿਸਕ ਨਹੀਂ ਲੈਣਾ ਚਾਹੁੰਦੇ ਬਹੁਤ ਕਿਸੇ ਵੀ ਤਰ੍ਹਾਂ ਦਾ, ਤਾਂ ਕਿ ਜਿਹੜੀ ਸੇਫਟੀ ਵੀ ਉਸੇ ਤਰ੍ਹਾਂ ਬਣੀ ਰਹਿ ਸਕੇ। ਇੱਥੇ ਸੇਵਾਦਾਰ ਆਪਣੇ ਆਸਣ ਲਾਉਣਗੇ, ਇੱਥੇ ਜਿਹੜਾ ਆਪਣੀ ਰਿਹਾਇਸ਼ ਕਰਨਗੇ। ਤਾਂ ਉਸ ਤੋਂ ਬਾਅਦ ਜਿਹੜਾ ਅਸੀਂ ਬੇਸਮੈਂਟ ਦਿਖਾਇਆ, ਬੇਸਮੈਂਟ ਦੇ ਵਿੱਚ ਜਿਹੜਾ ਲੰਗਰ ਛਕਾਇਆ ਜਾਣਾ। ਔਰ ਇਹ ਬਹੁਤ ਵੱਡੀ ਗੱਲ ਹੈ ਇਹ ਕਿ ਲਗਾਤਾਰ ਜਿੱਥੇ ਕੇਂਦਰ ਦੀ ਸਰਕਾਰ ਲਗਾਤਾਰ ਇਹ ਸੋਚਦੀ ਹੈ ਕਿ ਸ਼ਾਇਦ ਅਸੀਂ ਇਹਨਾਂ ਨੂੰ ਜਿੰਨਾ ਇਸ ਅੰਦੋਲਨ ਨੂੰ ਲੰਬਾ ਕਰਾਂਗੇ ਜਾਂ ਇਹਨਾਂ ਦੀ ਗੱਲ ਨੂੰ ਜਿੰਨਾ ਲਟਕਾਵਾਂਗੇ ਇਹ ਦੁਖੀ ਹੋਣਗੇ, ਮੌਸਮ ਜਿਹੜਾ ਬਦਲ ਰਿਹਾ ਹੈ ਇਸ ਮੌਸਮ ਤੋਂ ਤੰਗ ਹੋ ਕੇ ਵਾਪਸ ਚਲੇ ਜਾਣਗੇ, ਜਾਂ ਇਹਨਾਂ ਕੋਲੇ ਖਾਣ ਪੀਣ ਦੀਆਂ ਜਿਹੜੀਆਂ ਵਸਤਾਂ ਨੇ, ਜਿਹਨਾਂ ਲੰਗਰ ਲੱਗਦੇ ਆ, ਜੇ ਪਹਿਲਾਂ 2 ਦਿਨ ਕੱਟਦੀਆਂ ਸੀ ਤਾਂ ਉਹ ਹੁਣ 2 ਘੰਟੇ ਕੱਟਦੀਆਂ ਨੇ, ਉਹਨਾਂ ਨੂੰ ਸਾਂਭਣ ਦੇ ਲਈ ਇਹਨਾਂ ਨੇ ਔਖੇ ਹੋ ਜਾਣਾ। ਤਾਂ ਇਹ ਬਿਲਕੁਲ ਝੂਠ ਸਾਬਤ ਕਰਦੀਆਂ ਨੇ ਇਹ ਤਸਵੀਰਾਂ ਕਿ ਕੇਂਦਰ ਸਰਕਾਰ ਜੇਕਰ ਅਜਿਹਾ ਸੋਚ ਰਹੀ ਹੈ ਤਾਂ ਬਹੁਤ ਗਲਤ ਸੋਚ ਰਹੀ ਹੈ। ਤਾਂ ਇੱਥੇ ਅਜਿਹੀ ਕਲਾ ਵਰਤ ਰਹੀ ਹੈ, ਜੇ ਕੋਈ ਵੀ ਮੌਸਮ ਹੋਵੇ, ਕਿਸੇ ਤਰ੍ਹਾਂ ਦੇ ਵੀ ਹਾਲਾਤ ਹੋਣ, ਉਹਨਾਂ ਨੂੰ ਨਜਿੱਠਣ ਦੇ ਲਈ ਇਹ ਕੌਮ, ਇਹ ਅੰਦੋਲਨ ਦੇ ਲੋਕ ਲਗਾਤਾਰ ਜਿਹੜੇ ਨੇ ਤਿਆਰ ਬੈਠੇ ਆ ਤੇ ਕੇਂਦਰ ਸਰਕਾਰ ਨੂੰ ਝੁਕਾਉਣ ਦੇ ਲਈ ਬਿਲਕੁਲ ਤਿਆਰ ਬੈਠੇ ਨੇ। ਕੈਮਰਾ ਪਰਸਨ ਗੁਰਸਿਮਰਨ ਸਿੰਘ ਦੇ ਨਾਲ ਮੈਂ ਰਵੀ ਸੰਗਰਾਹੁਰ, ਵਿਜ਼ਨ ਪੰਜਾਬ ਟੀਵੀ, ਸਿੰਘੂ ਬਾਰਡਰ, ਦਿੱਲੀ।